ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਸੰਗਤ ਰੂਪ ਦੇ ਵਿੱਚ ਜੁੜ ਕੇ ਆਓ ਆਪਾਂ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ। ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਹਾਂ ਸਤਿਗੁਰਾਂ ਦੀ ਬਾਣੀ ਗੌੜੀ ਰਾਗ ਦੇ ਵਿੱਚ ਮਹੱਲੇ 9ਵੇਂ ਦੀ ਬਾਣੀ ਦੀ ਆਪਾਂ ਕੱਲ ਵਿਚਾਰ ਕਰ ਰਹੇ ਸੀ। ਕਿ ਉਸ ਮਾਲਕ ਪ੍ਰਭੂ ਨੂੰ ਮਿਲਣ ਦੇ ਵਾਸਤੇ ਸੰਸਾਰ ਦੇ ਵਿੱਚ ਬਹੁਤ ਸਾਰੇ ਜੀਵ ਆਏ, ਲੇਕਿਨ ਉਸ ਨੂੰ ਮਿਲਣ ਦੀ ਬਿਧ ਕਿਸੇ ਵੇਲੇ ਨੂੰ ਪ੍ਰਾਪਤ ਹੋਈ। ਕਿਸ ਨੂੰ ਪ੍ਰਾਪਤ ਹੋਈ? ਜਿਸ ਨੂੰ ਆਪ ਮਾਲਕ ਨੇ ਦਇਆ ਕੀਤੀ। ਨਹੀਂ ਤਾਂ ਸੰਸਾਰ ਦੇ ਵਿੱਚ ਲੋਕ ਹਾਰ ਕੇ ਚਲੇ ਗਏ, ਗੁਣ ਵੀ ਗਾਉਂਦੇ ਰਹੇ ਸੰਸਾਰ ਦੇ ਵਿੱਚ, ਲੇਕਿਨ ਉਸ ਨੂੰ ਪਾ ਨਹੀਂ ਸਕੇ। ਜੋਗੀ ਯਤਨ ਕਰਤ ਸਭ ਹਾਰੇ। ਜੋਗੀ ਵੀ ਯਤਨ ਕਰਦੇ, ਸਾਰੇ ਹਾਰ ਕੇ ਚਲੇ ਗਏ। ਗੁਣੀ ਰਹੇ ਗੁਣ ਗਾਈ। ਤੇ ਗੁਣਾ ਵਾਲੇ ਜਿਹੜੇ ਗਾਉਣ ਵਾਲੇ ਜੀਵ ਨੇ ਉਹ ਗੁਣ ਗਾਉਂਦੇ ਰਹੇ। ਜਿਨ ਨਾਨਕ ਹਰ ਪਾਏ ਦਿਆਲਾ, ਤਉ ਸਭ ਬਿਧ ਬਣ ਆਈ। ਜਦੋਂ ਹਰੀ ਪਰਮੇਸ਼ਰ ਖੁਸ਼ ਹੁੰਦਾ ਹੈ, ਦਿਆਲੂ ਹੁੰਦਾ ਹੈ, ਫਿਰ ਇਹ ਬਿਧ ਬਣ ਆਉਂਦੀ ਹੈ। ਜਨ ਨਾਨਕ ਹਰ ਪਾਏ ਦਿਆਲਾ ਸਾਨੂੰ ਸਮਝਾਉਂਦੇ ਨੇ ਕਿ ਜਦੋਂ ਹਰੀ ਦਿਆਲ ਹੋਇਆ ਤਾਂ ਸਭ ਬਿਧ ਬਣ ਆਈ। ਫਿਰ ਇਹ ਬਿਧ ਬਣ ਆਈ, ਕਿਉਂਕਿ ਨਹੀਂ ਤਾਂ ਸੰਸਾਰ ਹੈ, ਭੇਤ ਨਹੀਂ ਹੈ ਕਿ ਸਾਡੇ ਅੰਦਰ ਕੌਣ ਕਿੱਥੇ ਵਸਦਾ ਹੈ। ਕਿਉਂਕਿ ਸਾਡੇ ਸਰੀਰ ਦੇ ਵਿੱਚ ਸਾਨੂੰ ਸਮਝਾ ਦਿੱਤਾ ਹੈ ਕਿ ਇਹਦੇ ਵਿੱਚ 5 ਚੋਰ ਵਸਦੇ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਤੇ ਇਸੇ ਦੇ ਵਿੱਚ ਬ੍ਰਹਮਾ, ਵਿਸ਼ਨੂੰ, ਮਹੇਸ਼ ਦਾ ਵਾਸਾ ਹੈ। ਇਸੇ ਦੇ ਵਿੱਚ ਮਨ ਦਾ ਵਾਸਾ ਹੈ। ਇਸੇ ਦੇ ਵਿੱਚ ਜਤ, ਸਤ, ਦਇਆ, ਸੰਤੋਖ, ਸਹਿਨਸ਼ੀਲਤਾ ਇਹ ਵੀ ਵਸਦੇ ਨੇ। ਨਿਮਰਤਾ ਵਸਦੀ ਹੈ, ਮਨ ਵਸਦਾ ਹੈ, ਤੇ ਸਤਿਗੁਰੂ ਵਸਦਾ ਹੈ, ਪਰਮੇਸ਼ਰ ਵਸਦਾ ਹੈ। ਇਸ ਕਰਕੇ ਜਿਨ੍ਹਾਂ ਜੀਵਾਂ ਨੂੰ ਨਹੀਂ ਭੇਤ ਕਿ ਕੌਣ ਕਿੱਥੇ ਵਸਦਾ ਹੈ, ਬ੍ਰਹਮਾ ਕਿੱਥੇ ਵਸਦਾ ਹੈ, ਮਹੇਸ਼ ਕਿੱਥੇ ਵਸਦਾ ਹੈ, ਵਿਸ਼ਨੂੰ ਕਿੱਥੇ ਵਸਦਾ ਹੈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਕਿੱਥੇ ਵਸਦੇ ਨੇ, ਜਤ, ਸਤ, ਸੰਤੋਖ, ਦਇਆ, ਸਹਿਨਸ਼ੀਲਤਾ ਇਹ ਕਿੱਥੇ ਵਸਦੇ ਨੇ, ਤੇ ਸਤਿਗੁਰ ਕਿੱਥੇ ਵਸਦਾ ਹੈ, ਪਰਮੇਸ਼ਰ ਕਿੱਥੇ ਵਸਦਾ ਹੈ, ਮਨ ਕਿੱਥੇ ਵਸਦਾ ਹੈ। ਜਦ ਇਹ ਗਿਆਨ ਨਹੀਂ ਹੈ, ਫਿਰ ਆਪਾਂ ਉਸ ਨੂੰ ਜਾਣ ਨਹੀਂ ਸਕਦੇ, ਜਾਂ ਜਦ ਤੱਕ ਉਹ ਸਾਨੂੰ ਜਣਾਉਂਦਾ ਨਹੀਂ ਅਸੀਂ ਜਾਣ ਨਹੀਂ ਸਕਦੇ। ਜਦੋਂ ਕਿਰਪਾ ਕਰਦਾ ਫਿਰ ਸਾਨੂੰ ਇਹ ਸੋਝੀ ਆਉਂਦੀ ਹੈ। ਜਿਸੈ ਜਨਾਏ ਸੋਈ ਜਨ ਜਾਣੈ। ਕਹਿੰਦੇ ਬਿਨ ਜਨਾਏ ਕੋਈ ਨਾ ਜਾਣੈ। ਜਦ ਤੱਕ ਜਨਾਉਂਦਾ ਨਹੀਂ ਕੋਈ ਜਾਣ ਨਹੀਂ ਸਕਦਾ। ਜਦੋਂ ਦਇਆ ਕਰਦਾ ਹੈ ਫਿਰ ਉਸ ਨੂੰ ਜਨਾਉਂਦਾ ਹੈ, ਫਿਰ ਇਹ ਬਿਧ ਬਣਾਉਂਦਾ ਹੈ। ਇੱਥੇ ਤੱਕ ਆਪਾਂ ਕੱਲ ਵਿਚਾਰ ਕੀਤੀ ਸੀ। ਹੁਣ ਅਗਲਾ ਸ਼ਬਦ ਹੈ ਫਿਰ ਗੌੜੀ ਰਾਗ ਦੇ ਵਿੱਚ ਮਹੱਲੇ 9ਵੇਂ ਦਾ ਸ਼ਬਦ ਹੈ।
साधो गोबिंद के गुण गावो, मानस जन्म अमोलक पायो, बिरथा काहे गवावो। हुण समझाउंदे ने जिन्हां नूं बुझा दिंदा है, बिरले नूं बुझा दिंदा है, उन्हां नूं भी साधो ही कहा है। पर वो साध वो ने जिन्हां नूं जना दिता। एक वो साधो सी ਜਿਹੜੇ ਭੇਖਦੇ ਸੀ, ਜਿੱਥੇ ਪਹਿਲਾਂ ਵਿਚਾਰ ਕਰਦੇ ਸੀ ਆਪਾਂ। ਹੁਣ ਜਿਹਨੂੰ ਦਿਆਲੂ ਹੁੰਦਾ ਹੈ, ਕਿਰਪਾ ਕਰਦਾ ਹੈ, ਬੁਝਾ ਦਿੰਦਾ ਹੈ, ਹੁਣ ਉੱਥੇ ਉਹਨਾਂ ਜੀਵਾਂ ਨੂੰ ਸੰਬੋਧਨ ਹੈ ਕਿ ਤੁਸੀਂ ਗੋਬਿੰਦ ਦੇ ਗੁਣ ਗਾਓ। ਤੇ ਦੂਜਿਆਂ ਨੇ ਉਹਨਾਂ ਦਾ ਸੰਗ ਕਰਕੇ ਸੁਣਨਾ ਹੁੰਦਾ ਹੈ ਗਿਆਨ, ਕਿਉਂਕਿ ਗਾਊਗਾ ਤਾਂ ਜਦੋਂ ਕੋਈ ਸੁਣਨ ਵਾਲਾ ਹੋਏਗਾ। ਇਸ ਕਰਕੇ ਮਿਲ ਬੈਠ ਕੇ ਸੰਗਤ ਰੂਪ ਦੇ ਵਿੱਚ ਜਦੋਂ ਅਸੀਂ ਗਾਉਂਦੇ ਹਾਂ, ਸੁਣਦੇ ਹਾਂ, ਤੇ ਗਾਉਣ ਵਾਲਾ ਵੀ ਆਪ, ਕਥਾ ਕਰਨ ਵਾਲਾ ਵੀ ਆਪ, ਤੇ ਸੁਣਨ ਵਾਲਾ ਵੀ ਆਪ ਹੁੰਦਾ ਹੈ। ਇਸ ਕਰਕੇ ਆਪਾਂ ਇਸ ਮਨੁੱਖਾ ਜਨਮ ਨੂੰ, ਜਿਹੜਾ ਮੇਰਾ ਸਮਝਾਉਂਦੇ ਨੇ, ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ। ਵੀ ਇਹ ਅਮੋਲਕ ਹੈ, ਮਾਨਸ ਜਨਮ ਹੈ ਜਿਹੜਾ ਅਮੋਲਕ ਹੈ, ਮਾਲਿਕ ਦੀ ਦਇਆ ਨਾਲ ਮਿਲਿਆ ਹੈ, ਦੁਰਲਭ ਹੈ, ਖਰੀਦਿਆ ਨਹੀਂ ਜਾ ਸਕਦਾ। ਉਹ ਦਇਆ ਕਰਕੇ ਸਾਨੂੰ ਇੱਕ ਮੌਕਾ ਦਿੰਦਾ ਹੈ, ਮਨੁੱਖਾ ਜਾਮਾ ਦਿੰਦਾ ਹੈ, ਉਹ ਵੀ ਮਿਲਣ ਦੇ ਵਾਸਤੇ। ਪਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਤੇਰੀ ਬਰੀਆ। ਜਿਹੜਾ ਬਾਰ ਬਾਰ ਸਾਨੂੰ ਨਹੀਂ ਮਿਲਦਾ, ਦੁਰਲਭ ਹੈ। ਇਸ ਨੂੰ ਆਪਾਂ ਪ੍ਰਾਪਤ ਕਰ ਲਿਆ, ਹੁਣ ਬਿਰਥਾ ਨਾ ਗਵਾਈਏ, ਕਿਉਂਕਿ ਬਾਰ ਬਾਰ ਸਾਨੂੰ ਨਹੀਂ ਮਿਲਣਾ। ਇੱਕ ਮੌਕਾ ਹੈ, ਇੱਕ ਅਵਸਰ ਮਿਲਿਆ ਹੈ ਉਸ ਪ੍ਰਭੂ ਨੂੰ ਜਾਣਨ ਦੇ ਵਾਸਤੇ। ਪਤਤ ਪੁਨੀਤ ਦੀਨ ਬੰਦ ਹਰ, ਸਰਨ ਤਾਹੇ ਤੁਮ ਆਵੋ। ਪਰਮੇਸ਼ਰ ਹੈ, ਪਤਿਤਾਂ ਨੂੰ ਪੁਨੀਤ ਕਰ ਦਿੰਦਾ, ਪਵਿੱਤਰ ਕਰ ਦਿੰਦਾ ਹੈ। ਗਰੀਬ ਬਣ ਕੇ ਜਦੋਂ ਅਸੀਂ ਉਸ ਦੀ ਸ਼ਰਨ ਵਿੱਚ ਜਾਂਦੇ ਹਾਂ, ਨਿਮਾਣੇ ਬਣ ਕੇ, ਨਿਤਾਣੇ ਬਣ ਕੇ ਜਾਂਦੇ ਹਾਂ, ਸਾਨੂੰ ਪਤਿਤਾਂ ਨੂੰ ਪਵਿੱਤਰ ਕਰ ਦਿੰਦਾ ਹੈ। ਉਸੇ ਦੀ ਸ਼ਰਨ ਦੇ ਵਿੱਚ ਆਪਾਂ ਜਾਣਾ ਹੈ। ਸਰਨ ਤਾਹੇ ਤੁਮ ਆਵੋ। ਵੀ ਉਹ ਪਤਿਤਾਂ ਨੂੰ ਪੁਨੀਤ ਕਰਨ ਵਾਲਾ ਜਿਹੜਾ ਪ੍ਰਭੂ ਹੈ, ਦੀਨ ਬੰਧੂ ਹੈ, ਉਸ ਦੀ ਸ਼ਰਨ ਦੇ ਵਿੱਚ ਆਵੋ। ਗਜ ਕੋ ਤਰਾਸ ਮਿਟਿਓ ਜੇ ਸਿਮਰਤ, ਤੁਮ ਕਾਹੇ ਬਿਸਰਾਵੋ। ਗਜ ਹਾਥੀ, ਹਾਥੀ ਦਾ ਡਰ ਵੀ ਖਤਮ ਹੋ ਗਿਆ ਜਮਾਂ ਦਾ, ਪ੍ਰਭੂ ਦੇ ਸਿਮਰਨ ਦੇ ਨਾਲ। ਹੁਣ ਆਪਾਂ ਸਮਝਾਂਗੇ ਵੀ ਹਾਥੀ ਕਿਹੜਾ ਸਿਮਰਨ ਕਰਦਾ ਹੈ, ਕਿਉਂਕਿ ਵੇਦਾਂ ਦੇ ਵਿੱਚ ਹਾਥੀ ਦਾ ਜ਼ਿਕਰ ਆਉਂਦਾ ਹੈ, ਗਜ ਦਾ ਜ਼ਿਕਰ ਆਉਂਦਾ ਹੈ ਕਿ ਗਜ ਵੀ ਮੁਕਤ ਹੋਇਆ। ਤੇ ਉਸ ਦਾ ਕੀ ਸਿਮਰਨ ਹੋਇਆ, ਕਿਉਂਕਿ ਉਸਦੇ ਕੋਲ ਤਾਂ ਕੋਈ ਵਿਧੀ ਨਹੀਂ ਹੈ ਸਿਮਰਨ ਦੀ, ਕੋਈ ਜੁਗਤੀ ਨਹੀਂ ਹੈ, ਕੋਈ ਗਿਆਨ ਨਹੀਂ ਹੈ, ਇੱਕ ਪਸ਼ੂ ਹੈ। ਲੇਕਿਨ ਉਸ ਦਾ ਧਿਆਨ ਅਖੀਰਲੇ ਸਮੇਂ ਉੱਥੇ ਲੱਗ ਗਿਆ ਜਿੱਥੇ ਪ੍ਰਭੂ ਬੈਠਾ ਉਸ ਨੂੰ ਸਵਾਸ ਦਿੰਦਾ ਹੈ। ਨਿਰਾਸ਼ਾ ਹੋ ਗਿਆ, ਜਿਵੇਂ ਦੱਸਦੇ ਨੇ ਵੀ ਤੰਦੂਏ ਦੇ ਪਕੜ ਦੇ ਵਿੱਚ ਆ ਗਿਆ, ਕੋਸ਼ਿਸ਼ ਕੀਤੀ, ਛੁੱਟ ਨਹੀਂ ਸਕਿਆ, ਤੇ ਅਖੀਰ ਸਮੇਂ ਨਿਰਾਸ਼ ਹੋ ਗਿਆ ਤੇ ਧਿਆਨ ਲੱਗ ਗਿਆ ਜਿੱਥੋਂ ਮਾਲਕ ਸਵਾਸ ਦਿੰਦਾ ਹੈ। ਤੇ ਉੱਥੇ ਆਬੇ ਪਥ, ਅਵੈਦਾਨ ਪ੍ਰਾਪਤ ਹੋ ਗਿਆ, ਮੁਕਤੀ ਪ੍ਰਾਪਤ ਹੋ ਗਈ। ਇਹ ਨਹੀਂ ਵੀ ਉਹ ਬਚ ਗਿਆ, ਸਰੀਰਕ ਤੌਰ ਤੇ ਨਹੀਂ ਬਚਿਆ, ਲੇਕਿਨ ਉਸ ਨੂੰ ਮੁਕਤੀ ਮਿਲ ਗਈ ਅਖੀਰ ਤੇ। ਨੌਵੇਂ ਪਾਤਸ਼ਾਹ ਜੀ ਸਾਨੂੰ ਇਹ ਵੀ ਸਮਝਾਉਂਦੇ ਨੇ ਵੀ ਦੇਖੋ ਉਸ ਪ੍ਰਭੂ ਕਿੰਨਾ ਦਿਆਲੂ ਹੈ। ਨਾ ਹਾਥੀ ਨੇ ਕੋਈ ਧਰਮ ਦਾ ਕੰਮ ਕੀਤਾ, ਨਾ ਕੋਈ ਵਿਦਿਆ ਲਈ,
फिर भी मालिक ने खुश होकर ਉਹਨੂੰ ਆਬੇਦਾਨ ਬਖਸ਼ਿਸ਼ ਕੀਤਾ। मतलब समझाउंदे ने कौन करम विद्या कहो कैसी, धर्म कौन गज कीना। कहंदे गज ने हाथी ने किहड़ा धर्म दा काम कीता, किहड़ी विद्या लई। नानक राम बिरद का देखो अबैदान तेह दीना। परमेश्वर दा बिरद देखो, उस दयालु दी कृपा देखो कि उसने हाथी नूं भी अबैदान मुक्ति दा दान बख्शिश कर दिता। ਹੁਣ ਇੱਥੇ ਵੀ ਸਮਝਾਉਂਦੇ ਨੇ ਵੀ ਉਹਦਾ ਡਰ ਜਮਾਂ ਦਾ ਖਤਮ ਹੋ ਗਿਆ ਹਾਥੀ ਦਾ। ਜੇ ਉਸ ਨੂੰ ਇੱਕ ਪਸ਼ੂ ਨੂੰ ਜੋ ਤਾਰ ਸਕਦਾ ਹੈ, ਪਸ਼ੂ ਨੂੰ ਛੁਡਾ ਸਕਦਾ ਹੈ, ਮੁਕਤੀ ਦੇ ਸਕਦਾ ਹੈ, ਫਿਰ ਅਸੀਂ ਕਿਉਂ ਉਸ ਨੂੰ ਵਿਸਾਰੀਏ। ਤੁਮ ਕਾਹੇ ਬਿਸਰਾਵੋ, ਤੁਸੀਂ ਕਿਉਂ ਉਸ ਨੂੰ ਵਿਸਾਰਿਆ ਹੈ। ਉਸ ਨੂੰ ਚੇਤੋ, ਉਸ ਨੂੰ ਧਿਆਓ, ਉਸ ਦੇ ਗੁਣ ਗਾਓ। ਤਜ ਅਭਿਮਾਨ ਮੋਹ ਮਾਇਆ ਫੁਨ, ਭਜਨ ਰਾਮ ਚਿਤ ਲਾਵੋ। ਵੀ ਅਸੀਂ ਵੀ ਅਭਿਮਾਨ ਛੱਡ ਦੇ। ਜਿਵੇਂ ਹਾਥੀ ਪਹਿਲਾਂ ਕੋਸ਼ਿਸ਼ ਹੁੰਦਾ, ਕਿਉਂਕਿ ਬਹੁਤ ਵੱਡਾ ਹਾਥੀ ਕੋਲ ਧਨ ਹੈ, ਤਾਕਤ ਹੈ, ਉਸ ਨੂੰ ਹੁੰਦਾ ਕਿ ਮੈਂ ਆਪਣੀ ਤਾਕਤ ਦੇ ਨਾਲ ਛੁੱਟ ਜਾਵਾਂਗਾ। ਲੇਕਿਨ ਜਦੋਂ ਹੰਕਾਰ ਛੱਡ ਕੇ ਨਿਰਾਸ਼ ਹੋ ਜਾਂਦਾ ਹੈ, ਨੀਵੀਂ ਪੈ ਜਾਂਦੀ ਹੈ। ਆਪਾਂ ਵੀ ਦੇਖਦੇ ਹਾਂ ਜਦੋਂ ਅਸੀਂ ਨਿਰਾਸ਼ ਹੁੰਦੇ ਹਾਂ ਤੇ ਸਾਡੀਆਂ ਨੀਵੀਂ ਪੈ ਜਾਂਦੀਆਂ, ਅੱਖਾਂ ਨੀਵੀਆਂ ਹੋ ਜਾਂਦੀਆਂ, ਮਨ ਨੀਵਾਂ ਹੋ ਜਾਂਦਾ ਹੈ। ਏਦਾਂ ਹੀ ਹਾਥੀ ਵੀ ਨਿਰਾਸ਼ ਹੋ ਕੇ ਫਿਰ ਨੀਵੀਂ ਪੈ ਗਈ। ਮਨ ਹੰਕਾਰੀ ਕਦੋਂ ਹੈ? ਜਦੋਂ ਉੱਚਾ ਦੇਖਦਾ ਹੈ। ਜਦੋਂ ਨੀਵਾਂ ਦੇਖਦਾ ਹੈ, ਨਿਭਦਾ ਹੈ, ਉਦੋਂ ਇਹ ਹੰਕਾਰ ਤੋਂ ਰਹਿਤ ਹੋ ਜਾਂਦਾ ਹੈ। ਇਸ ਕਰਕੇ ਸਮਝਾਉਂਦੇ ਨੇ ਕਿ ਅਸੀਂ ਵੀ ਤਜ ਦੇਣਾ, ਤਜ ਅਭਿਮਾਨ ਮੋਹ ਮਾਇਆ ਫੁਨ, ਮੋਹ ਮਾਇਆ ਦਾ ਇਸ ਨੂੰ ਛੱਡ ਦੇਣਾ ਹੈ। ਭਜਨ ਰਾਮ ਚਿਤ ਲਾਵੋ, ਚਿਤ ਲਾਉਣਾ ਹੈ ਪ੍ਰਭੂ ਦੀ, ਰਾਮ ਦੇ ਵਿੱਚ, ਉਸ ਦੀ ਬੰਦਗੀ ਦੇ ਵਿੱਚ, ਉਸ ਦੇ ਭਜਨ ਦੇ ਵਿੱਚ। ਨਾਨਕ ਕਹਿਤ ਮੁਕਤ ਪੰਥ ਇਹ, ਗੁਰਮੁਖ ਹੋਏ ਤੁਮ ਪਾਵੋ। ਤੇ ਸਮਝਾਉਂਦੇ ਨੇ ਸਤਿਗੁਰੂ ਜੀ ਗੁਰਮੁਖ ਕਿ ਇਹ ਮੁਕਤ ਪੰਥ ਹੈ, ਮੁਕਤੀ ਦਾ ਪੰਥ ਹੈ, ਮੁਕਤੀ ਦਾ ਰਸਤਾ ਹੈ। ਪਰ ਇਹ ਗੁਰ ਦਾ ਗਿਆਨ ਲੈ ਕੇ, ਮੁਖ ਤੇ ਗੁਰ ਲੈ ਕੇ ਤੁਸੀਂ ਇਸ ਰਸਤੇ ਨੂੰ ਪਾ ਸਕਦੇ ਹੋ। ਸਾਧੂ ਜਨਾਂ ਤੋਂ, ਗੁਰਮੁਖਾਂ ਤੋਂ ਗੁਰ ਲੈ ਕੇ, ਗੁਰ ਲਿਆ ਕਿੱਥੇ ਜਾਂਦਾ ਹੈ? ਉਹ ਮੁੱਖੋਂ ਬੋਲਦੇ ਨੇ, ਅਸੀਂ ਧਿਆਨ ਵੀ ਕਿੱਥੇ ਲਾਉਂਦੇ ਹਾਂ? ਇੱਥੇ ਲਾਉਣਾ ਹੈ, ਮੁਖ ਤੇ ਹੀ। ਉਹ ਬੋਲਦੇ ਨੇ ਤੇ ਅਸੀਂ ਸੁਣ ਕੇ ਚੱਲਣਾ ਹੁੰਦਾ ਹੈ ਤੇ ਸਾਨੂੰ ਮੁਕਤੀ ਦਾ ਰਸਤਾ ਪ੍ਰਾਪਤ ਹੋ ਜਾਂਦਾ ਹੈ, ਮੋਕਸ਼ ਪ੍ਰਾਪਤ ਹੁੰਦੀ ਹੈ। ਤੇ ਇਹ ਆਪਣੇ ਜੀਵਨ ਦਾ ਮਨੋਰਥ ਸਾਨੂੰ ਸਮਝਾ ਰਹੇ ਨੇ ਸਤਿਗੁਰੂ ਜੀ, ਨੌਵੇਂ ਪਾਤਸ਼ਾਹ ਜੀ। ਆਓ ਅਗਲਾ ਸ਼ਬਦ ਗੌੜੀ ਰਾਗ ਦੇ ਵਿੱਚ ਮਹੱਲੇ 9ਵੇਂ ਦਾ। ਕੋਈ ਮਾਈ ਭੂਲਿਓ ਮਨ ਸਮਝਾਵੇ, ਵੇਦ ਪ੍ਰਾਨ ਸਾਧ ਮਗ ਸੁਣ ਕਰ, ਨਿਮਖ ਨ ਹਰ ਗੁਣ ਗਾਵੇ। ਮਨ ਭੁੱਲਿਆ ਹੈ। ਕੋਈ ਸਾਧੂ ਜਨਾਂ ਦਾ ਸੰਗ ਕਰੇ, ਵੇਦਾਂ ਨੂੰ ਪੜ੍ਹੇ, ਪੁਰਾਣ ਨੂੰ ਪੜ੍ਹੇ। ਜਦੋਂ ਅਸੀਂ ਵੇਦਾਂ ਪੁਰਾਣਾਂ ਨੂੰ ਪੜ੍ਹਦੇ ਹਾਂ, ਇਸ ਗ੍ਰੰਥ ਨੂੰ ਪੜ੍ਹਦੇ ਹਾਂ, ਤੇ ਫਿਰ ਸਾਨੂੰ ਸਮਝਾਉਂਦੇ ਨੇ ਕਿ ਅਸੀਂ ਭੁੱਲੇ ਹਾਂ। ਸਾਡਾ ਮਨ ਪਰਮੇਸ਼ਰ ਨੂੰ ਭੁੱਲ ਗਿਆ, ਆਪਣੇ ਆਪ ਨੂੰ ਭੁੱਲ ਗਿਆ ਹੈ। ਫਿਰ ਉੱਥੋਂ ਸਾਨੂੰ ਰਸਤਾ ਪਤਾ ਚੱਲਦਾ ਹੈ ਕਿ ਪਰਮੇਸ਼ਰ ਕਿਸੇ ਨੂੰ ਜਨਾਬ ਹੀ ਦਿੰਦਾ ਹੈ, ਕਿਸੇ ਨੂੰ ਆਪਣਾ ਸਾਧੂ ਬਣਾਉਂਦਾ ਹੈ, ਸਾਧੂ ਅਵਸਥਾ ਤੇ ਲੈ ਜਾਂਦਾ ਹੈ। ਉਹਨਾਂ ਤੋਂ ਅਸੀਂ ਗਿਆਨ ਲੈਣਾ ਹੈ, ਮਨ ਨੂੰ ਸਮਝਾਉਣਾ ਹੈ। ਤੇ ਸਮਝ ਕੇ ਪਹਿਲਾਂ ਕਮਾਉਣਾ ਹੁੰਦਾ ਹੈ। ਮਨ ਨੂੰ ਸਮਝਾਉਣਾ ਹੈ, ਕਿਉਂਕਿ ਪਹਿਲਾਂ ਸੁਣਨ ਦੀ ਅਵਸਥਾ ਹੈ।
ਭੁੱਲਿਆ ਮਨ ਜਦੋਂ ਸਮਝਣਾ ਚਾਹੁੰਦਾ, ਜਿਵੇਂ ਆਪਾਂ ਕਿਸੇ ਤੋਂ ਰਸਤਾ ਸਮਝਣਾ ਹੈ ਤੇ ਆਪਾਂ ਪੁੱਛ ਕੇ ਸੁਣਦੇ ਹਾਂ, ਸਮਝਾਉਂਦੇ ਨਹੀਂ, ਉਸਨੂੰ ਪੁੱਛਦੇ ਹਾਂ ਤੇ ਉਸ ਤੋਂ ਸੁਣਦੇ ਹਾਂ। ਏਦਾਂ ਹੀ ਪਹਿਲਾਂ ਆਪਣਾ ਮਨ ਜਿਹੜਾ ਭੁੱਲਿਆ, ਇਸ ਨੇ ਗਿਆਨ ਲੈਣਾ ਹੁੰਦਾ ਹੈ ਸਾਧੂ ਜਨਾਂ ਦੇ ਕੋਲ। ਪਰ ਕੁਛ ਜੀਵ ਗਿਆਨ ਲੈਂਦੇ ਨੇ, ਕੁਛ ਨਹੀਂ ਲੈਂਦੇ। ਕਈ ਸਾਧੂ ਜਨਾਂ ਕੋਲ ਜਾ ਕੇ ਗਿਆਨ ਲੈਂਦੇ ਨੇ, ਕਈ ਨਹੀਂ ਲੈਂਦੇ, ਸਿਰਫ ਪੜ੍ਹਨ ਤੱਕ ਹੀ ਸੀਮਤ ਨੇ। ਦੁਰਲਭ ਦੇ ਪਾਏ ਮਾਨਸ ਕੀ, ਬਿਰਥਾ ਜਨਮ ਸਿਰਾਵੈ। ਸਮਝਾਉਂਦੇ ਨੇ ਵੀ ਸੁਣ ਵੀ ਲਿਆ ਵੀ ਇਹ ਰਸਤਾ ਵੇਦਾਂ ਪੁਰਾਣਾਂ ਦੇ ਵਿੱਚ ਵੀ ਸਾਧੂ ਜਨਾਂ ਦਾ ਸੰਗ ਕਰਕੇ ਸਾਨੂੰ ਇਹ ਰਸਤਾ ਮਿਲ ਸਕਦਾ ਹੈ, ਪਰ ਅਸੀਂ ਕਿਸੇ ਵੀ ਸਾਧੂ ਜਨਾਂ ਦਾ ਸੰਗ ਨਹੀਂ ਕਰਦੇ। ਤੇ ਫਿਰ ਕੀ ਹੁੰਦਾ ਹੈ, ਜਿਹੜੀ ਦੁਰਲਭ ਦੇਹ ਸਾਨੂੰ ਮਿਲੀ ਹੈ, ਪ੍ਰਾਪਤ ਹੋਈ ਹੈ ਮਨੁੱਖਾਂ ਦੇ ਹੀ, ਇਹ ਬਿਰਥਾ ਜਨਮ ਚਲੇ ਜਾਂਦਾ ਹੈ। ਦੁਰਲਭ ਦੇ ਪਾਏ ਮਾਨਸ ਕੀ, ਬਿਰਥਾ ਜਨਮ ਗਵਾਵੇ। ਮਾਇਆ ਮੋਹ ਮਹਾ ਸੰਕਟ ਬਣ, ਤਾਂ ਸਿਉ ਰੁਚ ਉਪਜਾਵੇ। ਮਾਇਆ ਦੇ ਵਿੱਚ ਮੋਹ ਪਾਉਂਦਾ ਹੈ। ਮਾਇਆ ਪੈਸਾ ਹੀ ਨਹੀਂ ਹੈ, ਮਾਇਆ ਸਰੀਰ ਤੋਂ ਸ਼ੁਰੂ ਹੋ ਜਾਂਦੀ ਹੈ। ਸਰੀਰ ਮਾਇਆ ਹੈ ਮੂਲ, ਉਸ ਤੋਂ ਅੱਗੇ ਪਰਿਵਾਰ, ਧੀਆਂ ਪੁੱਤਰ, ਧਨ ਦੌਲਤ, ਸੰਸਾਰਿਕ ਵਡਿਆਈਆਂ, ਇਹ ਸਾਰੀ ਇੱਕ ਮਾਇਆ ਹੈ। ਇਹਨਾਂ ਦੇ ਵਿੱਚ ਇੰਨਾ ਰੁਚਿਤ ਹੋ ਜਾਂਦਾ ਹੈ ਕਿ ਇਹ ਇਸ ਨੂੰ ਫਿਰ ਸੰਕਟ ਵਿੱਚ ਲੈ ਜਾਂਦਾ ਹੈ। ਕਿਉਂਕਿ ਜਦ ਮਾਇਆ ਦੇ ਮੋਹ ਚ ਫਸਦਾ ਹੈ ਜੀਵ, ਤੇ ਫਿਰ ਇਸ ਨੂੰ ਸਜ਼ਾ ਮਿਲਦੀ ਹੈ। ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇ ਸਜਾਏ। ਮਹਾ ਸੰਕਟ ਬਣ ਜਾਂਦਾ ਹੈ ਇਹਦੇ ਚ ਪਿਆਰ ਪਾ ਕੇ। ਕਿਉਂਕਿ ਇਹ ਨਹੀਂ ਹੁੰਦਾ ਕਿ ਸਾਨੂੰ ਮਾਇਆ ਨਹੀਂ ਚਾਹੀਦੀ, ਸਾਨੂੰ ਮਾਇਆ ਦੀ ਵੀ ਲੋੜ ਹੈ, ਸਾਨੂੰ ਆਪਣੇ ਸਰੀਰ ਦੀ ਸੰਭਾਲ ਦੀ ਵੀ ਲੋੜ ਹੈ। ਅਸੀਂ ਪਰਿਵਾਰ ਵਾਲੇ ਹਾਂ, ਸਾਰਾ ਕੁਛ ਹੈ। ਪਰ ਇਹ ਕਦੋਂ ਸਾਡੇ ਵਾਸਤੇ ਸੰਕਟ ਦਾ ਕਾਰਨ ਬਣਦੀ ਹੈ, ਜਦੋਂ ਅਸੀਂ ਉਸ ਪ੍ਰਭੂ ਨੂੰ ਨਹੀਂ ਜਾਣਦੇ, ਉਹਦੇ ਨਾਲ ਚਿੱਤ ਨਹੀਂ ਜੋੜਦੇ। ਜਦੋਂ ਅਸੀਂ ਉਸ ਨੂੰ ਜਾਣ ਲਿਆ, ਚਿੱਤ ਜੋੜ ਲਿਆ, ਫਿਰ ਇਹ ਸਾਰਾ ਕੁਛ, ਫਿਰ ਇਹ ਅੰਮ੍ਰਿਤ ਬਣ ਜਾਂਦਾ ਹੈ। ਕਿਉਂਕਿ ਜਿਸ ਨੇ ਸਾਨੂੰ ਦਿੱਤਾ ਉਸ ਨੂੰ ਜਾਣ ਲਿਆ ਹੈ, ਉਸ ਦੇ ਨਾਲ ਆਪਾਂ ਜੁੜਨਾ ਹੈ। ਫਿਰ ਇਹ ਸੰਕਟ ਸਾਡਾ ਖਤਮ ਹੋ ਜਾਂਦਾ ਹੈ। ਫਿਰ ਆਪਾਂ, ਇਹ ਸੰਕਟ ਕਿਵੇਂ ਖਤਮ ਹੁੰਦਾ ਹੈ, ਜੁਗਤ, ਸੱਚੇ ਗੁਰ ਦੀ ਜੁਗਤ ਲੈ ਕੇ ਆਪਾਂ ਮਨ ਚ ਵਸਾਉਣੀ ਹੁੰਦੀ ਹੈ। ਫਿਰ ਅਸੀਂ ਮੁਕਤ ਹੋ ਜਾਂਦੇ ਵਿੱਚ ਰਹਿ ਕੇ। ਮੇਰਾ ਸਮਝਾਉਂਦੇ ਨੇ, ਨਾਨਕ ਸਤਿਗੁਰ ਮਿਲਿਆ, ਪੂਰੀ ਹੋਵੇ ਜੁਗਤ, ਹਸੰਦਿਆਂ ਖਲੰਦਿਆਂ ਪਹਿਨੰਦਿਆਂ ਖਬੰਦਿਆਂ, ਵਿੱਚੇ ਹੋਈ ਹੈ ਮੁਕਤ। ਇਹ ਸੰਕਟ ਉਦੋਂ ਤੱਕ ਆ ਜਦ ਤੱਕ ਅਸੀਂ ਗਿਆਨ ਲੈ ਕੇ, ਸਾਧੂ ਜਨਾਂ ਦਾ ਸੰਗ ਕਰਕੇ ਉਹ ਰਸਤੇ ਦਾ ਭੇਤ ਨਹੀਂ ਲੈਂਦੇ। ਜਦੋਂ ਅਸੀਂ ਭੇਤ ਲੈ ਕੇ ਉਸ ਰਸਤੇ ਨੂੰ ਦ੍ਰਿੜ ਕਰ ਲੈਂਦੇ ਹਾਂ, ਉਸ ਮਾਰਗ ਤੇ ਚੱਲ ਲੈਂਦੇ ਹਾਂ, ਤੇ ਇਹ ਸੰਕਟ ਸਾਡਾ ਖਤਮ ਹੋ ਜਾਂਦਾ ਹੈ। ਕਿਉਂਕਿ ਸਾਨੂੰ ਜਮਾਂ ਦੇ ਬਸ ਜਮਾਂ ਕੋਲ ਨਹੀਂ ਜਾਣਾ ਪਏਗਾ। ਆਪਾਂ ਜਮ ਮਾਰਗ ਛੱਡ ਕੇ ਗੋਬਿੰਦ ਮਾਰਗ ਤੇ ਚੱਲ ਪੈਂਦੇ ਹਾਂ। ਤਾਤ ਦਾ ਰਸਤਾ ਛੱਡ ਕੇ ਲਿਵ ਦੇ ਰਸਤੇ ਤੇ ਚੱਲ ਪੈਂਦੇ ਹਾਂ। ਅਸੀਂ ਲਿਵ ਜੋੜ ਲੈਂਦੇ ਪ੍ਰਭੂ ਦੇ ਨਾਲ। ਕਿਉਂਕਿ ਜਦ ਤੱਕ ਸਾਡੀ ਲਿਵ ਨਹੀਂ ਜੁੜਦੀ ਤੇ ਆਪਾਂ ਕੁਛ ਵੀ ਨਹੀਂ ਕਰ ਸਕਦੇ। ਸਰੀਰ ਕਰਕੇ ਅਸੀਂ ਕੁਛ ਨਹੀਂ ਕਰ ਸਕਦੇ। ਉਦੋਂ ਤੱਕ ਤਨ ਕਰਕੇ ਅਸੀਂ ਜਿੰਨੇ ਮਰਜੀ ਨਿਮਾਣੇ ਨਿਤਾਣੇ ਹੋਈਏ, ਪਰ ਜਦ ਤੱਕ ਲਿਵ ਨਹੀਂ ਜੁੜੀ, ਸਾਰਾ ਕੁਛ ਬਿਰਥ ਹੈ। ਸਾਚੀ ਲਿਵੈ ਬਿਨ ਦੇ ਨਿਮਾਣੀ, ਦੇ ਨਿਮਾਣੀ ਲਿਵ ਬਾਜੋ, ਕਿਆ ਕਰੇ ਵਿਚਾਰੀਆ। ਤੁਧ ਬਾਜ ਸਮਰੱਥ ਕੋਈ ਨਾਹੀ, ਕਿਰਪਾ ਕਰ
बनवारिया एस नौ होर थाओ नाही, शब्द लग सवारिया। कह नानक लिबे बाजो क्या करे विचारिया। हुण लिब ते धात दा रस्ता है, लिब धातु राह है, दो रस्ते ने। हुण आपां किहड़ा रस्ता चलना है? लिब दा। लिब दे रास्ते चल के फिर साडा संकट खत्म हो जाता है। अंतर बाहर सदा संग प्रभ, तां स्यो ने होना लाभ है। हुण प्रभु साडे अंदर वसदा है ते बाहर भी है, लेकिन बाहर उदों तक असी पहचान नहीं सकते जब तक असी अंदर नहीं देखते। जब तक असी अंतरगत नहीं जाते, अंदर दा भेत नहीं लैंदे, अंदर जाके अपने आप नूं सवार के उस नूं देख नहीं लैंदे, उन्नी देर सानू बाहर पहचान नहीं आउंदी। पर जदों अंदर जाके देख लैंदे हाँ, फिर सानू अंदर भी बाहर भी सारे दिसदा है। पर इत्थे आपां इन्ना क समझ लेना है कि अंदर है की, क्योंकि सानू अंदर जिहड़ा है वो ये दस्सिया गया है कि अपना 9 दरां दा शरीर है, इस दे विच असीं देखना है। ये अंदर नहीं है, क्योंकि जिहड़ा शरीर है एक जूनी है, परमेश्वर जूनी दे विच नहीं आउंदा। शरीर जम्मिया है, परमेश्वर जमदा मरदा नहीं है। इस करके परमेश्वर कित्थे है? अंदर ते बाहर की है। जदों साडा ध्यान दो दृष्टि दे विच चलदा है, इधर सामने ये बाहर चले जांदा है। ते जदों असी दोनों नेत्रां नूं एक दृष्ट करके सम करके ध्यान लाउंदे हां, ये अंदर चले जाता है। पहला असी अंदर जाके देखना है। जदों अंदर पहचान होगी फिर सारे पासे मालक है। हुण आपां उहदे नाल प्यार ही नहीं पाया, क्योंकि उहदे नाल प्यार ही पा सकदे हां। उस नूं देख देख के उस नाल प्यार कर सकते हां, होर कुछ नहीं कर सकते। इस करके उहदे नाल महाराज समझाउंदे ने, कहंदे अंतर बाहर सदा संग प्रभ, सदा संग है साडे, तां स्यो ने हुण लावे। उहदे नाल प्यार नहीं पाउंदा। नानक मुक्त ताहे तुम मानो, जेह घट राम समावे। हुण मुक्त किसने होना है? ਜਾਂ मुक्ति ਦਾ ਗਿਆਨ कित्थों ਲੈਣਾ है? ਜਿਹੜਾ ਆਪ ਮੁਕਤ ਹੋਇਆ ਹੋਏਗਾ। ਮੁਕਤ ਕਦੋਂ ਹੁੰਦਾ ਹੈ? ਜਿਹਦੇ ਹਿਰਦੇ ਦੇ ਵਿੱਚ ਰਾਮ ਬਸ ਜਾਂਦਾ ਹੈ। ਸਾਡਾ ਮਨ ਰਾਮ ਸਮਾ ਜਾਂਦਾ ਹੈ ਤੇ ਰਾਮ ਸਾਡੇ ਮਨ ਵਿੱਚ ਬਸ ਜਾਂਦਾ ਹੈ। ਉਹ ਮੁਕਤ ਹੈ, ਉਹ ਸਾਨੂੰ ਇਹ ਗਿਆਨ ਦਿੰਦਾ। ਉਹਨਾਂ ਨੂੰ ਸਾਧੂ ਕਹਿ ਦਿੰਦੇ ਹਾਂ। ਉਹਨਾਂ ਤੋਂ ਆਪਾਂ ਰਸਤਾ ਲੈ ਕੇ ਚੱਲਣਾ ਹੁੰਦਾ ਹੈ। ਇੱਕ ਵਾਰੀ ਸਮਝ ਲੈਣਾ ਹੁੰਦਾ ਹੈ, ਫਿਰ ਅਸੀਂ ਆਪ ਚੱਲਣਾ ਹੁੰਦਾ ਹੈ, ਕਿਉਂਕਿ ਚੱਲਣਾ ਖੁਦ ਨੂੰ ਪੈਂਦਾ ਹੈ। आओ अगला शब्द है गौड़ी राग दे विच महले 9वें दा। साधो राम सरन बिसरामा, वेद पुराण पढ़े को एह गुण, सिमरे हर को नामा। राम शरण। हुण जेड़े जीव साध ने, साध कित्थे वसदे ने? राम दी शरण दे विच। ते राम साधु च वसदा, साधु राम दे विच वसदा है। ते भेद भी कोई नहीं रह जांदा। साध ते प्रभु एक रूप हो जाते ने। नानक साध प्रभ भेद ना पाई। ਹੁਣ ਜਦੋਂ ਮਨ ਸਾਡਾ ਪਰਮੇਸ਼ਰ 'ਚ ਵਸਦਾ ਹੈ ਤੇ ਪਰਮੇਸ਼ਰ ਸਾਡੇ ਮਨ ਵਿੱਚ ਵਸਦਾ ਹੈ। ਪਰ ਵਸੇਗਾ ਕਦੋਂ? ਜਦੋਂ ਮਨ ਪ੍ਰਕਾਸ਼ ਹੋਏਗਾ, ਕਿਉਂਕਿ ਪਰਮੇਸ਼ਰ ਪ੍ਰਕਾਸ਼ ਹੈ। ਪ੍ਰਕਾਸ਼ ਪ੍ਰਕਾਸ਼ ਦੇ ਵਿੱਚ ਸਮਾਏਗਾ ਤੇ ਸਾਧੂ ਜਨਾਂ ਦਾ ਮਨ ਉੱਥੇ ਵਸਦਾ ਹੈ। ਜਦੋਂ ਉਸ ਪ੍ਰਭੂ ਦੀ ਸ਼ਰਨ ਦੇ ਵਿੱਚ ਮਨ ਵਸ ਜਾਂਦਾ ਹੈ,
ਫੇਰ ਹੀ ਜਦੋਂ ਅਸੀਂ ਵੇਦਾਂ ਪੁਰਾਣਾਂ ਨੂੰ ਪੜ੍ਹਦੇ ਹਾਂ, ਫਿਰ ਸਾਨੂੰ ਇਹ ਸਮਝ ਆਉਂਦੀ ਹੈ। ਜਿਹੜੇ ਹਰੀ ਦਾ ਨਾਮ ਸਿਮਰਨ ਕਰਦੇ ਨੇ, ਕਿਉਂਕਿ ਅਸੀਂ ਖੁਦ ਤਾਂ ਕਰ ਲੈਂਦੇ ਹਾਂ, ਆਪ ਤਾਂ ਪ੍ਰਭੂ ਦੀ ਸ਼ਰਨ ਦੇ ਵਿੱਚ ਚਲੇ ਗਏ, ਪਰ ਦੂਜੇ ਜੀਵਾਂ ਨੂੰ ਜਦੋਂ ਸਮਝਾਉਣਾ ਹੈ, ਕਿਉਂਕਿ ਅਸੀਂ ਵੇਦਾਂ ਸ਼ਾਸਤਰਾਂ ਨੂੰ ਪੜ੍ਹ ਕੇ ਹੀ ਸਮਝਾ ਸਕਦੇ ਹਾਂ। ਜਦੋਂ ਗੁਰੂ ਸਾਹਿਬਾਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਰਚਨਾ ਹੋਈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜੋ ਸਿਰਜਣਾ ਹੋਈ, ਇਹ ਬਾਣੀ ਲਿਖੀ ਗਈ, ਜਦੋਂ ਗੁਰੂ ਸਾਹਿਬ ਪਹਿਲਾਂ ਆਪ ਆਏ ਸੰਸਾਰ ਦੇ ਵਿੱਚ, ਉਦੋਂ ਇਹ ਬਾਣੀ ਨਹੀਂ ਸੀ, ਗੁਰੂ ਗ੍ਰੰਥ ਸਾਹਿਬ ਨਹੀਂ ਸੀ। ਜਾਂ ਆਪਾਂ ਇਹ ਕਹਿ ਲਈਏ, ਜਦੋਂ ਗੁਰੂ ਸਾਹਿਬਾਨਾਂ ਨੇ ਇਹ ਬਾਣੀ ਲਿਖੀ ਤੇ ਉਹਨਾਂ ਨੇ ਵੀ ਵੇਦਾਂ ਪੁਰਾਣਾਂ ਨੂੰ ਪੜ੍ਹਿਆ, ਉਚਾਰੀ, ਵੇਦਾਂ ਪੁਰਾਣਾਂ ਦੀਆਂ ਉਦਾਹਰਨਾਂ ਦਿੱਤੀਆਂ। ਪਰ ਉਹੀ ਸਮਝ ਸਕਦਾ ਹੈ ਵੇਦਾਂ ਪੁਰਾਣਾਂ ਨੂੰ ਜਿਹੜੇ ਹਰੀ ਦੇ ਨਾਮ ਨੂੰ ਸਿਮਰਨ ਕਰਦੇ ਨੇ, ਜਿਹੜੇ ਉਹਦੀ ਸ਼ਰਨ ਦੇ ਵਿੱਚ ਬਸਦੇ ਨੇ। ਵੇਦ ਪੁਰਾਣ ਪੜ੍ਹੇ ਕੋ ਏਕ ਸਿਮਰੈ ਹਰਿ ਕੋ ਨਾਮ। ਜਿਹੜਾ ਖੁਦ ਸਿਮਰਨ ਕਰਦਾ ਉਸ ਨੂੰ ਫਿਰ ਬਾਣੀ ਸਮਝ ਆਉਂਦੀ ਹੈ, ਹਰੀ ਦੇ ਨਾਮ ਨੂੰ ਜਿਹੜੇ ਧਿਆਉਂਦੇ ਨੇ। ਇਹ ਰਹੋ ਪੰਕਤੀਆਂ ਨੇ ਸ਼ਬਦੀਆਂ। ਲੋਭ ਮੋਹ ਮਾਇਆ ਮਮਤਾ ਫੁਨ ਔ ਬਿਖਿਆਨ ਕੀ ਸੇਵਾ। ਹੁਣ ਸਮਝਾਉਂਦੇ ਨੇ ਜਿਹੜੇ ਜੀਵ ਪ੍ਰਭੂ ਦੀ ਸ਼ਰਨ ਦੇ ਵਿੱਚ ਰਹਿੰਦੇ ਨੇ, ਲੋਭ ਮੋਹ ਮਾਇਆ ਮਮਤਾ ਫੁਨ ਔ ਬਿਖਿਆਨ ਕੀ ਸੇਵਾ। ਤ੍ਰੈ ਗੁਣੀ ਸੇਵਾ, ਵਿਖਿਆਨ ਕਹਿ ਦਿੱਤਾ ਤ੍ਰੈ ਗੁਣਾਂ ਨੂੰ। ਸੰਸਾਰ ਦੇ ਵਿੱਚ ਤ੍ਰੈ ਗੁਣਾਂ ਦੀ ਉਸਤਤ ਨਹੀਂ ਕਰਦੇ, ਤ੍ਰੈ ਗੁਣਾਂ ਦੀ ਸੇਵਾ ਨਹੀਂ ਕਰਦੇ। ਨਾ ਐਸੇ ਜੀਵ ਲੋਭ ਵਿੱਚ ਫਸਦੇ, ਨਾ ਮੋਹ ਦੇ ਵਿੱਚ, ਨਾ ਮਾਇਆ ਦੇ ਵਿੱਚ, ਤੇ ਨਾ ਮਮਤਾ ਦੇ ਵਿੱਚ। ਹਰਖ ਸੋਗ ਪਰਸੈ ਜੇ ਨਾਹਿ, ਤੇ ਨਾ ਖੁਸ਼ੀ ਨਾ ਗਮੀ। ਇਸੇ ਚੀਜ਼ਾਂ ਤੋਂ ਵੀ ਨਿਰਲੇਪ ਰਹਿੰਦੇ, ਇਹਨਾਂ ਤੋਂ ਵੀ, ਇਹਨਾਂ ਨੂੰ ਵੀ ਨਹੀਂ ਪਰਸਦੇ, ਇਹਨਾਂ ਤੋਂ ਨਿਰਲੇਪ ਰਹਿੰਦੇ ਨੇ। ਹਰਖ ਸੋਗ ਪਰਸੈ ਜੇ ਨਾਹਿ, ਸੋ ਮੂਰਤ ਹੈ ਦੇਵਾ। ਜਿਹੜੇ ਇਸ ਤੋਂ ਨਿਰਲੇਪ ਨੇ ਸਾਰੇ ਤੋਂ, ਲੋਭ ਤੋਂ, ਮੋਹ ਤੋਂ, ਮਾਇਆ ਤੋਂ, ਮਮਤਾ ਤੋਂ, ਤ੍ਰੈ ਗੁਣ ਵਿਖਿਆ ਦੀ ਸੇਵਾ ਤੋਂ, ਹਰਖ ਸੋਗ ਤੋਂ, ਉਹ ਫਿਰ ਕੀ ਨੇ? ਸੋ ਮੂਰਤ ਹੈ ਦੇਵਾ। ਉਹ ਫਿਰ ਮੂਰਤ ਉਸ ਪ੍ਰਭੂ ਦੇ ਭਗਤਾਂ ਦੀ ਮੂਰਤ ਹੈ। ਉਸ ਪ੍ਰਭੂ ਦਾ ਰੂਪ ਹੋ ਜਾਂਦੀ ਹੈ। ਸੁਰਗ ਨਰਕ ਅੰਮ੍ਰਿਤ ਬਿਖ ਇਹ ਸਭ, ਤਿਉ ਕੰਚਨ ਅਰ ਪੈਸਾ। ਐਸੇ ਜੀਵਾਂ ਦੇ ਵਾਸਤੇ ਸੁਰਗ ਨਰਕ ਬਰਾਬਰ, ਕਿਉਂਕਿ ਦੋਨਾਂ ਨੂੰ ਛੱਡ ਦਿੰਦੇ ਨੇ। ਅੰਮ੍ਰਿਤ ਬਿਖ ਸਮਾਨ ਹੋ ਜਾਂਦੀ, ਸੁਰਗ ਨਰਕ ਸਮਾਨ ਹੋ ਜਾਂਦਾ ਹੈ। ਏਦਾਂ ਹੀ ਕੰਚਨ ਪੈਸਾ, ਇਹ ਸਾਰੀਆਂ ਚੀਜ਼ਾਂ ਤੇ ਨਿਰਲੇਪ ਹੋ ਜਾਂਦਾ ਹੈ ਜੀਵ। ਉਸਤਤ ਨਿੰਦਾ ਇਹ ਸਮਝਾ ਕੇ ਲੋਭ ਮੋਹ ਫੁਨ ਤੈਸਾ। ਉਸਤਤ ਨਿੰਦਾ ਉਸ ਨੂੰ ਸਮ ਹੋ ਜਾਂਦੀ ਹੈ, ਲੋਭ ਮੋਹ ਤੋਂ ਰਹਿਤ ਹੋ ਜਾਂਦਾ ਹੈ, ਨਿਰਲੇਪ ਹੋ ਜਾਂਦਾ ਹੈ। ਨਾ ਉਸ ਨੂੰ ਆਪਣੀ ਉਸਤਤ ਦੀ ਲੋੜ ਹੈ, ਨਾ ਉਸ ਨੂੰ ਨਿੰਦਾ ਦੀ ਜਾਏ ਕਹਿ ਲਈਏ, ਨਾ ਉਸਤਤ ਹੋਣ ਤੇ ਖੁਸ਼ ਹੁੰਦਾ ਹੈ, ਨਾ ਨਿੰਦਾ ਹੋਣ ਤੇ ਦੁਖੀ ਹੁੰਦਾ ਹੈ, ਤੇ ਨਾ ਕਿਸੇ ਦੀ ਉਸਤਤ ਕਰਦਾ, ਨਾ ਕਿਸੇ ਦੀ ਨਿੰਦਾ ਕਰਦਾ ਹੈ, ਕਿਉਂਕਿ ਇਹ ਸਾਰਾ ਕੁਛ ਇੱਕ ਵਿਖਿਆਨ ਦੀ ਸੇਵਾ ਹੈ। ਨਾਮ ਤੋਂ ਬਿਨਾਂ ਜੋ ਆਪਾਂ ਹੋਰ ਕਰਦੇ ਹਾਂ, ਤ੍ਰੈ ਗੁਣੀ ਵਿਚਾਰਾਂ ਨੇ। ਸੁਖ ਦੁੱਖ ਇਹ ਬਾਧੇ ਜੇ ਨਾਹਿ। ਸੁਖ ਦੁੱਖ ਵੀ ਉਸ ਨੂੰ ਬੰਧਨਾਂ ਦੇ ਵਿੱਚ ਨਹੀਂ ਪਾ ਸਕਦੇ, ਇਹਨਾਂ ਤੋਂ ਵੀ ਨਿਰਲੇਪ ਰਹਿੰਦਾ ਹੈ। ਇਹ ਵੀ ਬੰਧਨ ਉਸ ਨੂੰ ਨਹੀਂ ਪੈਂਦੇ। ਸੁਖ ਦੁੱਖ ਸੁਖ ਇਹ ਬਾਧੇ ਜੇ ਨਾਹਿਨ, ਤਿਹ ਤੁਮ ਜਾਨੋ ਗਿਆਨੀ।
ਕਹਿੰਦੇ ਉਹੀ ਜੀਵ ਫਿਰ ਗਿਆਨੀ ਹੈ ਜਿਹੜਾ ਉਸਤਤ ਨਿੰਦਾ ਸਮ ਕਰ ਲੈਂਦਾ ਹੈ, ਲੋਭ ਮੋਹ ਤੋਂ ਨਿਰਲੇਪ ਰਹਿੰਦਾ ਹੈ, ਉਸਤਤ ਨਿੰਦਾ ਤੋਂ ਨਿਰਲੇਪ ਰਹਿੰਦਾ ਹੈ, ਦੁੱਖ ਸੁੱਖ ਦੇ ਬੰਧਨ ਦੇ ਵਿੱਚ ਨਹੀਂ ਪੈਂਦਾ, ਉਹ ਫਿਰ ਗਿਆਨੀ ਹੈ। ਨਾਨਕ ਮੁਕਤ ਤਾਹੇ ਤੁਮ ਮਾਨੋ, ਇਹ ਬਿਦ ਕੋ ਜੋ ਪ੍ਰਾਣੀ। ਵੀ ਉਹੀ ਜੀਵ ਤੁਸੀਂ ਮੁਕਤ ਸਮਝ ਲਵੋ। ਜੀਵਨ ਮੁਕਤ ਜਿਹੜੀ ਅਵਸਥਾ ਹੈ ਕਿ ਜਿਹੜਾ ਇਹ ਵਿਧੀ ਦੇ ਨਾਲ ਜੀਵ ਜੀਵਦਾ ਹੈ, ਕਿਉਂਕਿ ਉਹੀ ਪ੍ਰਭੂ ਦੀ ਸ਼ਰਨ ਦੇ ਵਿੱਚ ਰਹਿੰਦਾ ਹੈ। ਨਾ ਉਸ ਨੂੰ ਲੋਭ, ਨਾ ਮੋਹ, ਨਾ ਮਾਇਆ, ਨਾ ਮਮਤਾ ਤੇ ਨਾ ਤ੍ਰੈ ਗੁਣਾਂ ਦੀ ਸੇਵਾ। ਕਿਉਂਕਿ ਸੇਵਾ ਕਿਸ ਦੀ? ਸਿਰਫ ਪਰਮੇਸ਼ਰ ਦੀ। ਉਹਦੇ ਨਾਲ ਸਾਡਾ ਲੇਖਾ ਨਹੀਂ ਹੁੰਦਾ। ਬਾਕੀ ਹੋਰ ਸੇਵਾ ਕਰਾਂਗੇ, ਲੇਖਾ ਹੈ ਜਦੋਂ ਅਸੀਂ ਹਰੀ ਵੱਲੋਂ ਜਿਹੜਾ ਗੁਰ ਮਿਲਦਾ ਹੈ ਉਸ ਦੀ ਸੇਵਾ ਕਰਦੇ ਹਾਂ, ਦਰਸ਼ਨਾਂ ਦੀ ਸੇਵਾ ਕਰਦੇ ਹਾਂ, ਫਿਰ ਸਾਡਾ ਲੇਖਾ ਨਹੀਂ ਹੈ। ਇਸ ਕਰਕੇ ਸੇਵਾ ਉਹ ਕਰਨੀ ਜਿੱਥੇ ਸਾਡਾ ਲੇਖਾ ਨਾ ਹੋਵੇ। ਜਿੱਥੇ ਲੇਖਾ ਉਹ ਸੇਵਾ ਔਖੀ ਹੈ, ਉਹ ਸੇਵਾ ਸਾਨੂੰ ਦੁੱਖ ਦਿੰਦੀ ਹੈ। ਜਿਤ ਸੇਵਾ ਕੀਤਾ ਫਿਰ ਲੇਖਾ ਮੰਗਿਆ, ਸੇਵਾ ਔਖੀ ਹੋਈ। ਸੇਵਾ ਕਰੋ ਸਫਲ ਹਰ ਗੁਰ ਦਰਸ਼ਨ ਦੀ, ਫਿਰ ਲੇਖਾ ਮੰਗੈ ਨਾ ਕੋਈ। ਹਰ ਕੀ ਤੁਮ ਸੇਵਾ ਕਰੋ, ਦੂਜੀ ਸੇਵਾ ਕਰੋ ਨਾ ਕੋਏ ਜੀ। ਹਰ ਕੀ ਸੇਵਾ ਤੇ ਮਨੋ ਚਿੰਦਿਆ ਫਲ ਪਾਈਐ, ਦੂਜੀ ਸੇਵਾ ਜਨਮ ਬਿਰਥਾ ਜਾਏ ਜੀ। ਕਿਉਂਕਿ ਕਲਯੁਗ ਹੈ। ਕਲਯੁਗ ਦੇ ਵਿੱਚ ਨਾਮ ਤੇ ਆਉਣਾ, ਨਾਮ ਨੂੰ ਪੂਜ, ਸਭ ਕੁਝ ਸਾਡੇ ਵਾਸਤੇ ਨਾਮ ਹੈ। ਨਾਮ ਤੋਂ ਬਿਨਾਂ ਜੋ ਅਸੀਂ ਕਰਦੇ ਸਾਰਾ ਕੁਝ ਵਿਅਰਥ ਕਰਦੇ ਹਾਂ। ਸਿਰਫ ਨਾਮ ਤੇ ਆਉਣਾ ਹੈ, ਮਨ ਕਰਕੇ ਤਨ ਕਰਕੇ ਆਪਣੀ ਕਿਰਤ ਕਰਨੀ ਹੈ। ਦਸਾਂ ਨੌਹਾਂ ਦੀ ਸੱਚੀ ਸੁੱਚੀ ਕਿਰਤ ਕਰਨੀ ਹੈ ਤਾਂ ਕਿ ਸਾਡਾ ਜੀਵਨ ਨਿਰਵਾਹ ਹੋਵੇ। ਕਿਉਂਕਿ ਗ੍ਰਸਤੀ ਹੁੰਦੇ ਹਾਂ, ਧਰਮ ਦੇ ਇਸ ਮੁਕਤੀ ਮਾਰਗ ਦੇ ਉੱਤੇ ਚੱਲਣ ਦੇ ਵਾਸਤੇ ਗ੍ਰਸਤ ਮਾਰਗ ਜਿਹੜਾ ਹੈ ਬੜਾ ਸੌਖਾ ਹੈ, ਕਿਉਂਕਿ ਗ੍ਰਸਤ ਸਾਡਾ ਧਰਮ ਹੈ। ਤੇ ਇੱਥੋਂ ਹੀ ਫਿਰ ਮੁਕਤੀ ਮਾਰਗ ਚੱਲਦਾ ਹੈ। ਇਸ ਕਰਕੇ ਸਾਨੂੰ ਹੱਥ ਪੈਰ ਦਿੱਤੇ ਨੇ ਮਾਲਕ ਨੇ, ਜਿਨ੍ਹਾਂ ਦੁਆਰਾ ਅਸੀਂ ਕਿਰਤ ਕਰਕੇ ਆਪਣਾ ਜੀਵਨ ਨਿਰਵਾਹ ਕਰਨਾ ਹੈ ਤੇ ਚਿੱਤ ਪਰਮੇਸ਼ਰ ਦੇ ਨਾਲ ਜੋੜਨਾ ਹੈ। ਜਿਵੇਂ ਨਾਮਦੇਵ ਜੀ ਨੇ ਮਿਹਨਤ ਕੀਤੀ, ਕਿਉਂਕਿ ਨਾਮਦੇਵ ਜੀ ਕਿਰਤੀ ਸਨ, ਗਰੀਬ ਪਰਿਵਾਰ ਦੇ ਵਿੱਚ ਸਨ। ਤੇ ਤਰਲੋਚਨ ਸੀ ਜਿਹੜਾ, ਹੋ ਸਕਦਾ ਉਹ ਅਮੀਰ ਹੋਵੇ, ਤੇ ਉਸਨੇ ਨਾਮਦੇਵ ਜੀ ਨੂੰ ਇਹ ਫਿਰ ਇੱਕ ਪਿਆਰ ਦੇ ਵਿੱਚ ਵੀ ਆਪਾਂ ਕਹਿ ਸਕਦੇ ਹਾਂ, ਕਿਉਂਕਿ ਭਗਤਾਂ ਦੇ ਵਿੱਚ ਪਿਆਰ ਵੀ ਹੁੰਦਾ ਹੈ, ਲੇਕਿਨ ਇੱਕ ਚੋਟ ਸੀ। ਕਿਹੜੀ ਚੋਟ ਸੀ? ਜਿਵੇਂ ਆਪਾਂ ਕਿਸੇ ਨੂੰ ਕਹਿ ਦੇ ਵੀ ਕਿਉਂ ਤੂੰ ਮਾਇਆ ਦੇ ਵਿੱਚ ਫਸਿਆ ਹੋਇਆ ਹੈ, ਏਦਾਂ ਹੀ ਤਰਲੋਚਨ ਨੇ ਨਾਮਦੇਵ ਜੀ ਨੂੰ ਕਹਿ ਦਿੱਤਾ ਸੀ, ਨਾਮਾ ਮਾਇਆ ਮੋਹਿਆ ਕਹੇ ਤਰਲੋਚਨ ਮੀਤ। ਕਾਹੇ ਸ਼ੀਪੇ ਸ਼ਾਇਲੋ ਰਾਮ ਨ ਲਾਵੈ ਚੀਤ। ਸ਼ੀਂਬਾ ਸੀ, ਉਹ ਕਹਿੰਦੇ ਵੀ ਕਿਉਂ ਸ਼ੀਂਬਿਆ, ਤੂੰ ਰਾਮ ਦੇ ਨਾਲ ਚਿੱਤ ਨਹੀਂ ਜੋੜਦਾ, ਤੂੰ ਤਾਂ ਮਾਇਆ ਦੇ ਮੋਹ ਦੇ ਵਿੱਚ ਫਸਿਆ ਹੋਇਆ ਹੈ। ਪਰ ਨਾਮਦੇਵ ਜੀ ਨੇ ਕਿਉਂਕਿ ਕੋਈ ਗੁੱਸਾ ਨਹੀਂ ਤਾਂ ਆਪਾਂ ਨੂੰ ਕੋਈ ਕੁਛ ਕਹਿ ਦੇਵੇ ਆਪਾਂ ਤਾਂ ਜਦ ਲੜ ਪੈਂਦੇ, ਲੇਕਿਨ ਉਹ ਕਹਿ ਰਹੇ ਸਾਨੂੰ ਨਾਮ ਕਿਹਾ ਤਰਲੋਚਨ ਨੇ। ਕਿਸ ਤਰਲੋਚਨ ਨੇ? ਤਰਲੋਚਨ ਨੂੰ ਕੀ ਉਹਨਾਂ ਸੰਬੋਧਨ ਕੀਤਾ? ਮਿੱਤਰ, ਮੀਤ। ਨਾਮਾ ਮਾਇਆ ਮੋਹਿਆ ਕਹੇ ਤਰਲੋਚਨ ਮੀਤ। ਵੀ ਮੇਰਾ ਮਿੱਤਰ ਤਰਲੋਚਨ ਕਹਿੰਦਾ ਵੀ ਨਾਮਾ ਤਾਂ ਮਾਇਆ ਮੋਇਆ ਹੈ। ਕਾਹੇ ਸ਼ੀਪੇ ਸ਼ਾਇਲੋ ਰਾਮ ਨ ਲਾਵੇ ਚਿਤ, ਕਹਿੰਦਾ ਕਿਉਂ ਸ਼ੀਂਬਿਆ ਤੂੰ ਰਾਮ ਦੇ ਨਾਲ ਚਿੱਤ ਨਹੀਂ ਜੋੜਦਾ, ਤੂੰ ਤਾਂ ਮੋਹ ਦੇ ਵਿੱਚ ਫਸਿਆ ਹੈ।
ਤੇ ਬਾਬਾ ਨਾਮਦੇਵ ਜੀ ਫਿਰ ਭਗਤ ਨਾਮਦੇਵ ਜੀ ਕੀ ਉੱਤਰ ਦਿੰਦੇ, ਨਾਮਾ ਕਹੇ ਤਿਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕੰਮ ਸਭ ਚਿਤ ਨਿਰੰਜਨ ਨਾਲ। ਤੇ ਉਹ ਕਹਿੰਦੇ ਵੀ ਦੇਖੋ, ਤਿਲੋਚਨ ਨੂੰ ਜਵਾਬ ਦਿੱਤਾ ਕਿ ਹੱਥਾਂ ਪੈਰਾਂ ਨਾਲ ਕੰਮ ਕਰਨਾ ਹੈ, ਚਿਤ ਨਿਰੰਜਨ ਨਾਲ ਜੋੜਨਾ, ਮੁਖ ਤੇ ਰਾਮ ਨੂੰ ਸੰਭਾਲਣਾ ਹੈ। ਮੁਖ, ਆਪਣੇ ਮੁਖ ਤੇ ਪ੍ਰਕਾਸ਼ ਹੋ ਜਾਂਦਾ ਹੈ, ਰਾਮ ਕੀ ਹੈ ਪ੍ਰਕਾਸ਼, ਨਾਲੇ ਤਾਂ ਆਪਣੇ ਮੁਖ ਤੇ ਪ੍ਰਕਾਸ਼ ਦੇਖੀ ਜਾਣਾ ਹੈ ਤੇ ਨਾਲ ਕੰਮ ਵੀ ਕਰੀ ਜਾਣਾ। ਹੱਥਾਂ ਪੈਰਾਂ ਦੇ ਨਾਲ ਚਿੱਤ ਜੁੜਿਆ ਰਹਿੰਦਾ ਹੈ ਉਸ ਮਾਲਕ ਦੇ ਨਾਲ, ਨਿਰੰਜਨ ਦੇ ਨਾਲ, ਜਿਹੜਾ ਪ੍ਰਕਾਸ਼ ਰੂਪ ਹੈ, ਜਿਹੜਾ ਮਾਇਆ ਤੋਂ ਰਹਿਤ ਹੈ। ਏਦਾਂ ਫਿਰ ਸਾਨੂੰ ਸਮਝਾਉਂਦੇ ਨੇ ਕਿ ਅਵਸਥਾ ਜਿਹੜੀ ਹੋ ਜਾਂਦੀ ਹੈ, ਫਿਰ ਉਸ ਨੂੰ ਆਪਾਂ ਜੀਵਨ ਮੁਕਤ ਸਮਝ ਸਕਦੇ ਹਾਂ। ਨਾ ਉਸਤਤ, ਨਾ ਨਿੰਦਾ, ਨਾ ਖੁਸ਼ੀ, ਨਾ ਗਮੀ, ਨਾ ਲੋਭ, ਨਾ ਮੋਹ, ਇਹਨਾਂ ਚੀਜ਼ਾਂ ਕਿਉਂਕਿ ਬੰਧਨ ਨੇ। ਧਿਆਨ ਸਾਡਾ ਜੁੜ ਜਾਂਦਾ ਹੈ, ਆਪਾਂ ਇਹਨਾਂ ਤੋਂ ਨਿਰਲੇਪ ਹੋ ਜਾਂਦੇ ਹਾਂ ਤੇ ਏਦਾਂ ਜੀਵਨ ਮੁਕਤ ਹੋ ਜਾਈਦਾ ਹੈ, ਜਿਹੜੇ ਉਸ ਪ੍ਰਭੂ ਦੀ ਸ਼ਰਨ ਦੇ ਵਿੱਚ ਰਹਿੰਦੇ ਨੇ। ਸਾਧੋ ਰਾਮ ਸਰਨ ਬਿਸਰਾਮ। ਤੇ ਫਿਰ ਮਨ ਸਾਡਾ ਉਸ ਵਿੱਚ ਵਸਦਾ ਹੈ ਤੇ ਨਾਮ ਮਨ ਵਿੱਚ ਵਸ ਜਾਂਦਾ ਹੈ। ਇੱਥੇ ਮਹਾਰਾਜ ਫਿਰ ਸਾਨੂੰ ਸਮਝਾਉਂਦੇ ਨੇ, ਫਿਰ ਸਾਨੂੰ ਸੁੱਖਾਂ ਦੀ ਮਣੀ ਜੋ ਨਾਮ ਅੰਮ੍ਰਿਤ ਹੈ ਫਿਰ ਪ੍ਰਾਪਤ ਹੁੰਦਾ ਹੈ, ਸਾਡੇ ਮਨ ਵਿੱਚ ਵਸ ਜਾਂਦਾ ਹੈ। ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਉਹ ਸਾਡੇ ਮਨ ਵਿੱਚ ਵਸ ਜਾਂਦਾ, ਸਾਡਾ ਮਨ ਉਸ ਵਿੱਚ ਵਸ ਜਾਂਦਾ ਹੈ। ਸੋ ਆਓ ਪਿਆਰਿਓ, ਆਪਾਂ ਨਾਲ ਨਾਲ ਅਭਿਆਸ ਕਰੀਏ ਕਿ ਕਿਵੇਂ ਆਪਾਂ ਉਹ 'ਚ ਸਮਾਉਣਾ ਹੈ, ਕਿਵੇਂ ਉਸਨੇ ਸਾਡੇ ਮਨ ਵਿੱਚ ਵਸਣਾ ਹੈ, ਕਿਵੇਂ ਆਪਾਂ ਤਿਆ ਕੇ ਉਹ ਰੂਪ ਹੋਣਾ ਹੈ। ਪਰ ਉਹੀ ਹੁੰਦੇ ਨੇ ਜਿਹੜੇ ਧਿਆਉਂਦੇ ਨੇ। ਜਿਨ ਧਿਆਇਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਜਿਹੜੇ ਸੇਵਦੇ ਨੇ ਉਹ ਹਰੀ ਦਾ ਰੂਪ ਹੋ ਜਾਂਦੇ ਨੇ। ਜਿਹਨੇ ਗੁਰਮੁਖ, ਜਿਨ੍ਹਾਂ ਨੇ ਨਾਮ ਨੂੰ ਧਿਆਇਆ, ਨਿਰਭਉ ਨੂੰ ਧਿਆਇਆ, ਤੇ ਉਹਨਾਂ ਦਾ ਭਉ ਖਤਮ ਹੋ ਜਾਂਦਾ। ਜਿਨ ਨਿਰਭਉ, ਜਿਨ ਹਰ ਨਿਰਭਉ ਧਿਆਇਆ, ਜਿਤਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਤਨ ਤਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲਿ। ਉਹ ਧਨ ਨੇ ਜਿਹੜੇ ਹਰੀ ਨੂੰ ਧਿਆਉਂਦੇ ਨੇ, ਉਹਨਾਂ ਤੋਂ ਬਲਿਹਾਰੇ ਜਾਂਦੇ ਹਨ। ਕਿਵੇਂ ਧਿਆਉਣਾ ਹੈ? ਮਨ ਜੋ ਨੇਤਰਾਂ ਦੇ ਵਿੱਚ ਹੈ, ਨੇਤਰ ਦੋ ਜੋਤ ਨੇ, ਦੋਨਾਂ ਨੇਤਰਾਂ ਨੂੰ ਇਸ ਪੁਆਇੰਟ ਤੇ ਆਪਾਂ ਸਮ ਕਰਨਾ ਹੈ। ਪਹਿਲਾਂ ਇੱਕ ਦ੍ਰਿਸ਼ਟ ਕਰਨਾ ਉਸ ਪ੍ਰਭੂ ਦੀ ਸ਼ਰਨ ਦੇ ਵਿੱਚ ਜਾਣ ਦਾ ਰਸਤਾ ਹੈ। ਆ ਰਸਤਾ ਛੱਡਣਾ ਹੈ, ਬਾਹਰ ਦਾ ਅੰਦਰ ਜਾਣਾ ਹੈ। ਇਸ ਪੁਆਇੰਟ ਤੇ ਦੋਨਾਂ ਨੇਤਰਾਂ ਨੂੰ ਸਮ ਕਰ ਲੈਣਾ ਹੈ। ਇੱਥੇ ਦ੍ਰਿਸ਼ਟੀ ਫੋਕਸ ਕਰਨੀ ਹੈ ਤੇ ਆਪਾਂ ਇਹ ਵਾਰ-ਵਾਰ ਕਰਦੇ ਰਹਿਣਾ ਹੈ। ਆਪਣੇ ਆਪ ਨੂੰ ਦੇਖਦੇ ਰਹਿਣਾ ਹੈ। ਇਹ ਦੇਖਦੇ ਰਹਿਣਾ ਕਿ ਅਸੀਂ ਇੱਕ ਦ੍ਰਿਸ਼ਟ ਹਾਂ। ਕਿਉਂਕਿ ਜੇ ਦੋ ਦ੍ਰਿਸ਼ਟ ਹੋ ਗਿਆ, ਜਿਸ ਜੀਵ ਨੂੰ ਇੱਥੇ ਆਨੰਦ ਆਉਣਾ ਸ਼ੁਰੂ ਹੋ ਗਿਆ, ਵੈਸੇ ਤਾਂ ਹੁੰਦਾ ਨਹੀਂ ਕਿ ਵੱਜਰ ਗਲਤੀ ਕਰ ਲਵੇ, ਫਿਰ ਵਿਛੋੜ ਵੀ ਦਿੰਦਾ ਹੈ ਮਾਲਕ। ਛੇਤੀ ਨਹੀਂ ਕਰ ਛੱਡਦਾ ਸਾਨੂੰ, ਪਰ ਜੇ ਅਸੀਂ ਜ਼ਿਆਦਾ ਵੱਜਰ ਕੁਰੈਤ ਕਰ ਲੈਂਦੇ ਹਾਂ, ਫਿਰ ਵਿਛੋੜ ਵੀ ਦਿੰਦਾ। ਫਿਰ ਵੀ ਆਪਾਂ ਕਰਦੇ ਰਹਿਣਾ ਹੁੰਦਾ ਹੈ। ਇਹ ਥਾਨ ਤੋਂ ਵੀ ਹੋਣਾ ਜਿਹੜਾ ਹੋ ਜਾਂਦਾ ਹੈ। ਮਹਾਰਾਜ ਸਮਝਾਉਂਦੇ ਨੇ, ਥਰ ਥਰ ਕੰਪੈ ਜਿਹੜਾ ਥਾਨ ਵੀ ਹੋਣਾ ਹੋਏ। ਕਹਿੰਦੇ ਫਿਰ ਥਰ ਥਰ ਕੰਬਦਾ ਹੈ। ਜਿਸ ਨੂੰ ਆਪਣੇ ਘਰ ਦਾ ਭੇਤ ਹੋ ਗਿਆ, ਜਿਸ ਤੋਂ ਛੁਟਕਾਰਾ, ਉਸ ਤੋਂ ਸਾਨੂੰ ਵਿਛੋੜ ਦਿੱਤਾ ਗਿਆ, ਫਿਰ ਮਨ ਥਰ ਥਰ ਕੰਬਦਾ ਹੈ। ਇਸ ਕਰਕੇ ਭੈ ਦੇ ਵਿੱਚ ਰਹਿਣਾ ਹੈ ਕਿ ਕਿਤੇ ਸਾਨੂੰ ਵਿਛੋੜ ਨਾ ਦੇਵੇ, ਸਾਤੋਂ ਕੋਈ ਗਲਤੀ ਨਾ ਹੋ ਜਾਵੇ। ਕਿਉਂਕਿ ਜਦੋਂ ਉਸਨੇ ਸਾਡੀ ਸੰਭਾਲ ਛੱਡ ਦਿੱਤੀ, ਆਪਾਂ ਵੱਜਰ ਕੁਰੈਤ ਕਰ ਸਕਦੇ ਹਾਂ। ਜਦ ਤੱਕ ਉਹ ਰਖਵਾਲਾ ਹੈ, ਫਿਰ ਆਪਾਂ
ਬੱਜਰ ਕਰੈਤ ਨਹੀਂ ਕਰਦੇ। ਜਿਵੇਂ ਤੁਸੀਂ ਇੱਕ ਸਾਖੀ ਸੁਣੇ ਹੋਏਗੀ ਭਾਈ ਜੋਗਾ ਸਿੰਘ ਦੀ, ਕਿ ਉਸਨੇ ਬਚਨ ਦੇ ਦਿੱਤਾ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ, ਨੇ ਪੁੱਛਿਆ ਸੀ ਕਿ ਭਾਈ ਕਿਹਦੇ ਜੋਗ ਹੈ, ਤੇ ਉਸਨੇ ਕਿਹਾ ਸੀ ਗੁਰੂ ਜੋਗਾ, ਤੇ ਗੁਰੂ ਸਾਹਿਬ ਜੀ ਨੇ ਕਹਿ ਦਿੱਤਾ ਗੁਰੂ ਤੇਰੇ ਜੋਗਾ। ਫਿਰ ਇੱਕ ਐਸਾ ਸਮਾਂ ਆਇਆ ਸੀ ਕਿ ਆਪਾਂ ਸੁਣਦੇ ਹਾਂ ਕਿ ਵੇਸਵਾ ਦੇ ਦੁਆਰ ਤੇ ਚਲੇ ਗਿਆ ਸੀ, ਉੱਥੇ ਵੀ ਫਿਰ ਆਪ ਰਖਵਾਲੀ ਕੀਤੀ ਹੈ, ਕਿਉਂਕਿ ਆਪ ਸਾਡਾ ਰਾਖਾ ਹੈ। ਜਦੋਂ ਆਪ ਰਾਖਾ ਹੋ ਜਾਂਦਾ ਫਿਰ ਸਾਨੂੰ ਕੋਈ ਗਲਤੀ ਨਹੀਂ ਕਰਨ ਦਿੰਦਾ। ਸੋ ਪਿਆਰਿਓ, ਹੁਣ ਆਪਾਂ ਧਿਆਨ ਲਾਈਏ, ਉਹਨਾਂ ਨੇਤਰਾਂ ਨੂੰ ਸਮ ਕਰਕੇ ਆਪਣੇ ਆਪ ਨੂੰ ਦੇਖਣਾ ਹੈ ਕਿ ਅਸੀਂ ਇੱਕ ਦ੍ਰਿਸ਼ਟ ਹਾਂ। ਤੇ ਫਿਰ ਆਪਾਂ ਨੀਚੇ, ਥੋੜਾ ਟਾਈਮ ਜ਼ਿਆਦਾ ਹੋ ਗਿਆ, ਅੱਜ ਆਪਾਂ ਧਿਆਨ ਨਹੀਂ ਲਾਵਾਂਗੇ, ਜੁਗਤੀ ਨਹੀਂ ਲਾਵਾਂਗੇ। ਨੀਚੇ ਸਾਹਮਣੇ, ਮਸਤਕ ਦੇ ਸਾਹਮਣੇ, ਉਵੇਂ ਜਿਵੇਂ ਜਿਵੇਂ ਕਵਾਂਗੇ ਉੱਥੇ ਉੱਥੇ ਧਿਆਨ ਲਾਉਣਾ। ਆਓ ਨੇਤਰ ਸਮ ਕਰੀਏ। नीचे ले जो ध्यान। फिर सम करके अपने आप ਨੂੰ देखो। फिर नीचे ले जो ध्यान।
फिर सम करके देखे अपने आप को। फिर नीचे लै जो। और सामने लेके आइए ध्यान।
मस्तक दे सामने लै जो ध्यान। फिर सामने लेके आइए ध्यान। नीचे ले जो ध्यान। और सम करके देखिए अपने आप ਨੂੰ। वाहिगुरु जी का खालसा वाहिगुरु जी की फतेह। सो गुरु प्यारे हो,
ਏਦਾਂ ਜਦੋਂ ਆਪਾਂ ਧਿਆਵਾਂਗੇ ਮਾਲਿਕ ਨੂੰ, ਮਹਾਰਾਜ ਸਮਝਾਉਂਦੇ ਨੇ ਕਿ ਐਸੇ ਜੀਵਾਂ ਤੋਂ ਅਸੀਂ ਫਿਰ ਬਲਿਹਾਰੇ ਜਾਂਦੇ ਹਾਂ। ਸੇ ਧਨ ਜਿਨ ਹਰ ਧਿਆਇਆ ਜੀ, ਤਿਨ ਟੂਟੀ ਜਮ ਕੇ ਫਾਸੀ। ਉਹ ਧਨ ਨੇ ਜਿਹੜੇ ਧਿਆਉਂਦੇ ਨੇ ਤੇ ਉਹਨਾਂ ਦੀ ਜਮਾਂ ਦੀ ਫਾਈ ਕੱਟੀ ਜਾਂਦੀ ਹੈ, ਟੁੱਟ ਜਾਂਦੀ ਹੈ। ਆਪਾਂ ਨੂੰ ਦੋ ਤਰੀਕੇ ਦੱਸ ਦਿੱਤੇ ਨੇ ਗੁਰਬਾਣੀ ਦੇ ਵਿੱਚ। ਇੱਕ ਹੈ ਅੰਤ ਸਮੇਂ ਮੁਕਤੀ ਤੇ ਇੱਕ ਹੈ ਜੀਵਨ ਮੁਕਤ। ਜਿਹੜੇ ਜੀਵ ਧਿਆਉਂਦੇ ਨੇ ਰੋਜ਼ ਉੱਠ ਕੇ ਉਸ ਮਾਲਿਕ ਨੂੰ, ਉਹਨਾਂ ਨੂੰ ਅੰਤ ਸਮੇਂ ਮੁਕਤੀ ਮਿਲਣੀ ਹੈ ਤੇ ਅੰਤ ਸਮੇਂ ਉਸ ਨੂੰ ਪਾਉਂਦੇ ਨੇ। ਤੇ ਜਿਹੜੇ ਜੀਵ ਧਿਆਉਂਦੇ ਨੇ ਨਾਲ ਨਾਲ ਇਸ ਅਵਸਥਾ 'ਚ ਵਿਚਰਦੇ ਨੇ ਜੋ ਆਪਾਂ ਵਿਚਾਰ ਕੀਤੀ ਹੈ, ਉੱਥੇ ਫਿਰ ਜੀਵਨ ਮੁਕਤ ਹੋ ਜਾਂਦੇ ਨੇ। ਆਪਾਂ ਪੜ੍ਹਦੇ ਹਾਂ ਰੋਜ਼ ਹੀ, ਜੇ ਤੁਮਰੇ ਧਿਆਨ ਕੋ ਨਿਤ ਉਠ ਧਿਆਏ ਹੈ ਸੰਤ, ਅੰਤ ਲਹੇਂਗੇ ਮੁਕਤ ਫਲ ਪਾਵਹਿਗੇ ਭਗਵੰਤ। ਉਹ ਅੰਤ ਸਮੇਂ ਮੁਕਤੀ ਮਿਲੇਗੀ, ਅੰਤ ਸਮੇਂ ਮਿਲੇਗੀ। ਜੇਕਰ ਆਪਾਂ ਇਸ ਅਵਸਥਾ 'ਚ ਵਿਚਰਦੇ ਹਾਂ, ਲੋਭ ਮੋਹ ਮਾਇਆ ਮਮਤਾ ਫੁਨ ਔ ਵਿਖਿਆਨ ਕੀ ਸੇਵਾ, ਹਰਖ ਸੋਗ ਪਰ ਸਹਿਜੇ ਨਾਹਿਨ ਸੋ ਮੂਰਤ ਹੈ ਦੇਵਾ। ਇਹਨਾਂ ਚੀਜ਼ਾਂ ਨੂੰ ਨਹੀਂ ਪਰਸਾਂਗੇ, ਇਹਨਾਂ ਤੋਂ ਨਿਰਲੇਪ ਰਵਾਂਗੇ। ਸੁਰਗ ਨਰਕ ਅੰਮ੍ਰਿਤ ਵਿਖ ਇਹ ਸਭ ਤਿਉ ਕੰਚਨ ਅਰ ਪੈਸਾ, ਉਸਤਤ ਨਿੰਦਾਏ ਸਮਝਾ ਕੇ ਲੋਭ ਮੋਹ ਫੁਨ ਤੈਸਾ। ਏਦਾਂ ਆਪਾਂ ਵਿਚਰਾਂਗੇ। ਦੁੱਖ ਸੁਖ ਹੈ ਬਾਦੇ ਜੇ ਨਾਹਿਨ ਤੇ ਤੁਮ ਜਾਨੋ ਗਿਆਨੀ, ਨਾਨਕ ਮੁਕਤ ਤਾਹੇ ਤੁਮ ਮਾਨੋ ਇਹ ਵਿਦ ਕੋ ਜੋ ਪ੍ਰਾਨੀ। ਸੋ ਆਪਾਂ ਗੁਰਬਾਣੀ ਪੜ੍ਹ ਕੇ ਚੱਲ ਕੇ ਜੀਵਨ ਮੁਕਤ ਵੀ ਹੋ ਸਕਦੇ ਹਾਂ, ਲੇਕਿਨ ਜੋ ਸਤਿਗੁਰਾਂ ਦੀ ਬਾਣੀ ਕਹਿੰਦੀ ਹੈ ਉਹ ਆਪਾਂ ਨੂੰ ਆਪਣੇ ਜੀਵਨ ਦੇ ਵਿੱਚ ਕਮਾਉਣਾ ਪੈਣਾ ਹੈ। ਸੋ ਆਓ ਆਪਾਂ ਜੀਵਨ ਮੁਕਤ ਹੋਣ ਦੀ ਕੋਸ਼ਿਸ਼ ਕਰੀਏ ਤਾਂ ਕਿ ਇੱਥੇ ਵੀ ਆਨੰਦ ਲਈਏ, ਸਾਡਾ ਡਰ ਖਤਮ ਹੋਵੇ, ਅਸੀਂ ਉੱਥੇ ਵਸੀਏ ਜਿੱਥੇ ਮਾਲਕ ਵਸਦਾ ਹੈ, ਸਾਡਾ ਪਿਤਾ ਮਾਤਾ ਵਸਦਾ ਹੈ, ਜਿੱਥੇ ਸਾਡਾ ਖਜ਼ਾਨਾ ਹੈ, ਜਿਹੜਾ ਸਾਡਾ ਅਸਲੀ ਘਰ ਹੈ। ਲੋਕ ਵੀ ਸੁਖੀ ਹੋਈਏ ਤੇ ਪਰਲੋਕ ਵੀ ਸੁਹੇਲੇ ਹੋਣ। ਸੋ ਇੰਨੇ ਕੁ ਵਿਚਾਰ ਕਰਦੇ ਹਾਂ, ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।